ਨਗਰ ਨਿਗਮ ਅੰਮ੍ਰਿਤਸਰ ਦੇ ਵਿੱਚ ਭਾਜਪਾ ਦੇ ਨੇਤਾ ਲਗਾਤਾਰ 2 ਵਾਰੀ ਚੁਣਾਵ ਜਿੱਤ ਚੁੱਕੇ ਨੇ, ਜਿਨ੍ਹਾਂ ਦਾ ਨਾਮ ਹੈ ਅਮਨ ਐਰੀ। ਵਾਰਡ ਨੰਬਰ 8 ਤੋਂ ਲੋਕਾਂ ਦੀਆਂ ਸੇਵਾਵਾਂ ਜਿਹੜੀਆਂ ਉਹਨਾਂ ਦੇ ਕੰਮ ਆਈਆਂ ਤੇ ਲਗਾਤਾਰ ਦੂਸਰੀ ਵਾਰੀ ਉਹਨਾਂ ਨੂੰ ਜਿੱਤ ਦਾ ਹਾਰ ਪਹਿਨਾਇਆ ਗਿਆ। ਹਮੇਸ਼ਾ ਪਬਲਿਕ ਨੂੰ ਲੈ ਕੇ, ਕੱਲੀ ਵਾਰਡ ਹੀ ਨਹੀਂ ਹੈ, ਪੂਰੇ ਸ਼ਹਿਰ ਨੂੰ ਲੈ ਕੇ ਹਮੇਸ਼ਾ ਹਾਊਸ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਨੇ। ਅਸੀਂ ਗੱਲ ਕਰਾਂਗੇ ਅੱਜ ਐਰੀ ਜੀ ਨਾਲ, ਮਸਲੇ ਪੱਖ ਦੇ, ਕਾਰਪੋਰੇਸ਼ਨ ਦੇ। ਮੈਂ ਗੱਲ ਕਰਾਂਗਾ ਐਰੀ ਸਾਹਿਬ, ਆਪਣਾ ਨਾਮ, ਡੈਜਿਗਨੇਸ਼ਨ ਦੱਸੋ। ਇਸ ਵੇਲੇ ਤੁਸੀਂ ਪਾਰਟੀ ਦੇ ਵਿੱਚ ਕਿਸ ਤੇ ਵਿਰਾਜਮਾਨ ਹੈਗੇ? ਮੈਨੂੰ ਐਜ਼ ਅ ਕਾਉਂਸਲਰ ਦੂਸਰੀ ਵਾਰੀ ਲੋਕਾਂ ਨੇ ਅੰਮ੍ਰਿਤਸਰ ਸ਼ਹਿਰ ਔਰ ਖਾਸ ਕਰਕੇ ਵਾਰਡ ਨੰਬਰ 8 ਦੀ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪਿਛਲੀ ਸਰਕਾਰ 'ਚ ਪਿਛਲੀ ਵਾਰੀ 2012 'ਚ ਮੈਂ ਜਿੰਨੀਆਂ ਵੋਟਾਂ ਤੋਂ ਜਿੱਤਾ ਸੀ, ਇਸ ਵਾਰੀ ਆਪੋਜੀਸ਼ਨ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਮੇਰੀ ਵਾਰਡ ਦੇ ਲੋਕਾਂ ਨੇ ਮੈਨੂੰ ਉਸ ਤੋਂ ਡਬਲ ਵੋਟਾਂ ਨਾਲ ਜਿਤਾਇਆ। ਔਰ ਭਾਰਤੀ ਜਨਤਾ ਪਾਰਟੀ ਦਾ ਮੈਂ ਡਿਸਟ੍ਰਿਕਟ ਦੀ ਟੀਮ ਵਿੱਚ ਐਜ਼ ਅ ਸੈਕਟਰੀ ਵੀ ਕੰਮ ਕਰਦਾ। ਐਰੀ ਸਾਹਿਬ, ਇਹ ਦੱਸੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਕਾਰਪੋਰੇਸ਼ਨ ਦੇ ਐਮਟੀਬੀ ਡਿਪਾਰਟਮੈਂਟ ਦੇ ਵਿੱਚ ਐਨਓਸੀ ਦੇ ਘੁਟਾਲੇਬਾਜ਼ੀ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ। ਲੋਕ ਜਾਂਦੇ ਨੇ, ਉਹ ਜਦੋਂ ਕਾਗਜ਼ ਦਾ ਪਤਾ ਲੱਗਦਾ ਹੈ ਐਨਓਸੀ ਉਹ ਅਸਲੀ ਵਰਗੀ ਹੈ, ਜਦੋਂ ਪਤਾ ਲੱਗਦਾ ਦਫ਼ਤਰ ਜਾ ਕੇ ਤੇ ਉਹ ਜਾਲੀ ਐਨਓਸੀ ਆ। ਭ੍ਰਿਸ਼ਟਾਚਾਰ ਜਿਹੜਾ ਦਿਨ ਬ ਦਿਨ ਜਿਹੜਾ ਵੱਧ ਰਿਹਾ ਹੈ, ਇਸ ਸੰਬੰਧ 'ਚ ਤੁਸੀਂ ਕੀ ਕਹਿਣਾ ਚਾਹੋਗੇ ਜੀ? ਵੜਾ ਸਾਹਿਬ, ਸਿਰਫ ਐਮਟੀਪੀ ਡਿਪਾਰਟਮੈਂਟ ਹੀ ਨਹੀਂ, ਮੈਂ ਸਮਝਦਾ ਕਿ ਕਾਰਪੋਰੇਸ਼ਨ ਦਾ ਕੋਈ ਵੀ ਡਿਪਾਰਟਮੈਂਟ ਜਿਹੜਾ ਹੋਵੇ, ਅੱਜ ਘੁਟਾਲਿਆਂ ਦਾ, ਅੱਜ ਕਰਪਸ਼ਨ ਦਾ ਬੋਲਬਾਲਾ ਆ। ਜੋ ਵੀ ਕੋਈ ਸਿਸਟਮ, ਮਤਲਬ ਇਹ ਗੱਲ ਮੈਂ ਹੀ ਨਹੀਂ ਕਹਿੰਦਾ, ਇਹ ਤਾਂ ਗੱਲ ਮੇਅਰ ਸਾਹਿਬ ਨੇ ਵੀ ਪਿੱਛੇ ਜੇ ਇੰਟਰਵਿਊ ਕੀਤਾ, ਉਹਦੇ ਵਿੱਚ ਆਪ ਕਿਹਾ ਕਿ 20,000 ਦੀਆਂ ਜਿਹੜੀਆਂ ਫਾਈਲਾਂ ਬਣਦੀਆਂ ਉਹ 28 ਕਰੋੜ ਰੁਪਏ ਦੀਆਂ ਫਾਈਲਾਂ 1 ਸਾਲ ਦੇ ਵਿੱਚ ਪਾਸ ਹੋ ਗਈਆਂ। ਅਤੇ ਸਿਰਫ ਐਨਓਸੀ ਐਮਟੀਪੀ ਡਿਪਾਰਟਮੈਂਟ ਹੀ ਨਹੀਂ, ਮੈਂ ਕਹੂੰਗਾ ਕਿ ਸਾਰੇ ਡਿਪਾਰਟਮੈਂਟਸ ਦਾ ਬੁਰਾ ਹਾਲ ਹੈ। ਔਰ ਇਹਦੇ ਵਿੱਚ ਮੇਅਰ ਸਾਹਿਬ ਜਿਹੜੇ ਕਿਤੇ ਨਾ ਕਿਤੇ ਅਸਫਲ ਹੋਏ ਆ ਕਿ ਨੱਥ ਪਾਉਣ ਦੇ ਵਿੱਚ ਅਫਸਰਾਂ ਨੂੰ, ਉਹਨਾਂ ਦੀ, ਜਾਂ ਜਿਹੜੇ ਵੀ ਕੋਈ ਕਰਪਸ਼ਨ, ਮੈਂ ਪਰਟੀਕੂਲਰ ਇੱਕ ਕਿਸੇ ਵੀ ਬੰਦੇ ਦਾ ਜਾਂ ਇੱਕ ਕਿਸੇ ਵੀ ਡਿਪਾਰਟਮੈਂਟ ਦਾ ਨਾਮ ਨਹੀਂ ਲੈਂਦਾ, ਪਰ ਸਾਰੇ ਹੀ ਓਵਰਆਲ ਜਿਹੜਾ ਕਾਰਪੋਰੇਸ਼ਨ ਦਾ ਬਹੁਤ ਫੇਲ ਟਨਿਓਰ ਚੱਲ ਰਿਹਾ, ਇਹ ਇੱਕ ਅੰਮ੍ਰਿਤਸਰ ਸ਼ਹਿਰ ਵਾਸੀਆਂ ਦਾ ਸਿੱਧਾ ਨੁਕਸਾਨ है। एमटीबी डिपार्टमेंट में एनओसी जाली जो उनकी रसीद बहुत ज़्यादा सामने आई है जी, और नेचुरल बात है कि कोई ना कोई अधिकारी या कर्मचारी तो इनमें से इन्वॉल्व है, वहाँ तो इतना काम कर नहीं सकता जी। इस संबंध में क्या कहना चाहते हैं? देखिए, जितने भी सामने आई हैं उन सभी का बहुत ही स्ट्रिक्ट वो लेते हुए, रिकग्निशन लेते हुए हम लोगों की तरफ से पुलिस को भी लिखा गया है और साथ ही साथ रजिस्ट्रार को भी लिखा गया है कि इन जाली एनओसीज़ के ऊपर रजिस्ट्रीज़ ना करी जाएं। पर जहाँ तक एम्प्लॉय की या फिर कॉरपोरेशन की किसी की अपनी पार्टिसिपेशन की है, वो अभी तक हमारे सामने नहीं आ पाया है कि कौन इन्वॉल्व है, जिसके लिए जांच कर रहे हैं। जैसे ही सामने आते हैं उसके खिलाफ बिल्कुल बनती कानूनी और डिसिप्लिनरी प्रोसीडिंग्स दोनों करी जाएंगे। थैंक यू। ਇੱਕ ਗੱਲ ਹੋਰ ਐਰੀ ਸਾਹਿਬ, ਮੈਂ ਪਿਛਲੇ 15 ਸਾਲ ਤੋਂ ਲਗਭਗ ਦੇਖ ਰਿਹਾ ਹਰ ਵਾਰਡ ਦੇ ਵਿੱਚ, ਵਾਰਡ ਪਹਿਲਾਂ 45 ਸੀ, ਫਿਰ 65 ਹੋਈ ਆ, ਹੁਣ 85 ਹੈ। ਹਰ ਕੌਂਸਲਰ ਨੇ ਅਵਾਰਾ ਕੁੱਤਿਆਂ ਦੀ ਜਿਹੜੀ ਹੈ ਉਹ ਤੋਂ ਦੁਖੀ ਹੋ ਕੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਕਿ ਪ੍ਰੋਬਲਮਸ ਲੋਕਾਂ ਨੂੰ ਆ ਰਹੀਆਂ। ਕਿੰਨੀ ਵਾਰੀ ਇਹਦਾ ਸਟਰਲਾਈਜੇਸ਼ਨ ਨੂੰ ਲੈ ਕੇ ਕੁੱਤਿਆਂ ਦਾ ਕੰਮ ਜਿਹੜਾ ਵਾ ਸ਼ੁਰੂ ਕੀਤੇ ਗਏ, ਚਾਹੇ ਉਹ ਮੈਡਮ ਨਵਜੋਤ ਕੌਰ ਸਿੱਧੂ ਜੀ ਹੋਣ, ਉਸ ਤੋਂ ਪਹਿਲਾਂ ਜਿਹੜੇ ਆ ਉਹ ਬਖਸ਼ੀ ਰਾਮ ਅਰੋੜਾ ਜੀ ਵੀ ਇਸ ਦੀ ਓਪਨਿੰਗ ਕਰ ਚੁੱਕੇ ਨੇ, ਫਿਰ ਪ੍ਰਦੀਪ ਸੱਭਰਵਾਲ ਜੀ ਜਿਹੜੇ ਕਮਿਸ਼ਨਰ ਉਹ ਵੀ ਕਰ ਚੁੱਕੇ ਨੇ, ਕੋਮਲ ਮਿੱਤਲ, ਸੋਨਾਲੀ ਗਿਰੀ ਦੇ ਟਾਈਮ 'ਤੇ ਵੀ ਆਵਾਜ਼ ਕਾਫੀ ਜ਼ਿਆਦਾ ਹਾਊਸ ਦੇ ਵਿੱਚ ਬੁਲੰਦ ਹੋਈ ਹੈ। ਕੁੱਤਿਆਂ ਦੀ ਸਟਰਲਾਈਜੇਸ਼ਨ ਨੂੰ ਲੈ ਕੇ ਗੱਲ ਕਿਸੇ ਪਾਸੇ ਕਿਉਂ ਨਹੀਂ ਲੱਗਦੀ, ਜਾਂ ਕਿਵੇਂ ਇਹਦਾ ਮਸਲੇ ਦਾ ਹੱਲ ਹੋਣਾ ਚਾਹੀਦਾ, ਇਸ ਸੰਬੰਧੀ ਕੀ ਕਹਿਣਾ ਚਾਹੋਗੇ ਤੁਸੀਂ? ਵੜਾ ਸਾਹਿਬ, ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਉੱਤੇ ਫੋਕਸਡ ਰਹਿਣਾ ਬੜਾ ਜ਼ਰੂਰੀ ਹੁੰਦਾ ਹੈ। ਜਦ ਕਿ ਸਾਡੇ ਅੰਮ੍ਰਿਤਸਰ 'ਚ ਕੀ ਚੱਲ ਰਿਹਾ ਕਿ ਅਖਬਾਰਾਂ ਦੀ ਸੁਰਖੀਆਂ ਬਣ ਜਾਣਾ, ਬਸ ਕਿ ਇੱਕ ਵਾਰੀ ਮਹੂਰਤ ਕਰਤਾ, ਲੋਕਾਂ ਨੂੰ ਲੱਗੇ ਅੱਜ ਇਸ ਕੰਮ ਦਾ ਮਹੂਰਤ ਹੋ ਗਿਆ, ਲੇਕਿਨ ਉਹਦਾ ਫੋਲੋਅਪ ਕਰਨਾ ਇਹ ਸ਼ਹਿਰ ਦੇ ਪ੍ਰਥਮ ਨਾਗਰਿਕ ਦਾ ਜਿਹੜਾ ਫਰਜ਼ ਹੈ। ਮੇਅਰ ਸਾਹਿਬ ਨੂੰ ਚਾਹੀਦਾ ਕਿ ਉਹਨੂੰ ਫੋਲੋਅਪ ਕਰਨ। ਅੱਜ ਕੁੱਤਿਆਂ ਦੀ ਸਮੱਸਿਆ ਸਿਵਲ ਲਾਈਨ ਤੋਂ ਲੈ ਕੇ ਅੰਦਰੂਨ ਸ਼ਹਿਰ ਔਰ ਬਾਹਰ ਜਿੰਨੀਆਂ ਵੀ ਕਾਲੋਨੀਜ਼, ਉਹ 'ਚ ਸਭ ਤੋਂ ਮੇਜਰ ਸਮੱਸਿਆ ਜਿਹੜੀ ਉਹ ਕੁੱਤਿਆਂ ਨੂੰ ਲੈ ਕੇ ਹੈ। ਸਟਰਲਾਈਜੇਸ਼ਨ ਦਾ ਸਿਰਫ ਮਹੂਰਤ ਤੱਕ ਸੀਮਿਤ ਨਾ ਰਹੇ, ਇਹਦੇ ਵਿੱਚ ਕਮਿਸ਼ਨਰ ਮੈਡਮ ਨੂੰ ਔਰ ਮੇਅਰ ਸਾਹਿਬ ਨੂੰ, ਦੋਨਾਂ ਨੂੰ ਉਹਦਾ ਫੋਲੋਅਪ ਪ੍ਰੋਪਰ ਹੋਣਾ ਚਾਹੀਦਾ। ਰੋਜ਼ ਦੀ ਰਿਪੋਰਟਿੰਗ ਹੋਣੀ ਚਾਹੀਦੀ ਹੈ, ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਮਤਲਬ ਇਹ ਸਾਰੀਆਂ ਗੱਲਾਂ ਨੇ, ਉਹਦੇ ਵਿੱਚ ਕਾਉਂਸਲਰਸ ਦੀ ਵੀ ਜੋ ਕੰਟਰੀਬਿਊਸ਼ਨ ਹੋਣੀ ਚਾਹੀਦੀ ਹੈ, ਕਾਉਂਸਲਰਸ ਦੀ ਵੀ ਡਿਊਟੀਜ਼ ਲੱਗਣ। ਲੇਕਿਨ ਇਹਨਾਂ ਸਾਰਿਆਂ ਦੇ ਉਲਟਾ ਅੱਜ ਤੱਕ ਹੁੰਦਾ ਹੀ ਇਹ ਹੈ ਕਿ ਜੇ ਕੋਈ ਕਮੇਟੀ ਵੀ ਬਣ ਜਾਂਦੀ ਹੈ ਤਾਂ ਉਹਦਾ ਵੀ ਕੋਈ ਜਵਾਬ ਨਹੀਂ। ਜਿਹੜਾ ਕੋਈ ਆਪੋਜੀਸ਼ਨ ਨੇ ਕੁਛ ਕਹਿ ਤਾ, ਉਹਦੇ ਲਈ ਲਓ ਜੀ ਕਮੇਟੀ ਬਣਾਤੀ, ਫਿਰ ਉਹ ਕਮੇਟੀ ਹਵਾ ਹਵਾਈ ਹੋ ਗਈ। ਇਹ ਪਿਛਲੇ 4 ਸਾਲਾਂ ਤੋਂ ਚੱਲ ਰਿਹਾ। ਇਸ ਕਰਕੇ ਇੱਕ ਤੁਸੀਂ ਜਿਹੜੀ ਸਮੱਸਿਆ ਕਹੀ, ਇਹ ਸ਼ਹਿਰ ਦੀ ਇੱਕ ਮੇਨ ਸਮੱਸਿਆ, ਇਹਦਾ ਜਿਹੜਾ ਹੱਲ ਹੈ ਮੇਅਰ ਸਾਹਿਬ ਨੂੰ ਮਤਲਬ ਸਿੰਸੀਅਰਿਟੀ ਨਾਲ ਫੋਲੋਅਪ ਕਰਕੇ ਕਰਨਾ ਚਾਹੀਦਾ।
ਪਿਛਲੇ ਲਗਭਗ 9 ਸਾਲਾਂ ਤੋਂ ਤੁਸੀਂ ਹਾਊਸ ਦੇਖ ਰਹੇ ਹੋ ਜੀ। ਪਿਛਲੇ ਗਠਬੰਧਨ ਦੇ 5 ਸਾਲ ਦਾ ਕਾਂਗਰਸ ਤੇ ਇਹ ਜਿਹੜੇ ਬੀਤ ਰਹੇ 4 ਸਾਲ, ਇਹ ਦੋਨਾਂ ਵਿੱਚ ਡਿਫਰੈਂਸ ਕੀ ਮਹਿਸੂਸ ਕਰ ਰਹੇ ਹੋ ਜੀ? ਦੇਖੋ, ਅੰਮ੍ਰਿਤਸਰ ਸ਼ਹਿਰ ਦੇ ਤੁਸੀਂ ਜਿਹੜੇ ਵੀ ਮੇਨ ਪ੍ਰੋਜੈਕਟ ਜਿਹੜੇ ਵੀ ਆਲਰੇਡੀ ਜਿਨ੍ਹਾਂ ਕਰਕੇ ਪਿਛਲੇ 10 ਸਾਲਾਂ 'ਚ ਅੰਮ੍ਰਿਤਸਰ 'ਚ ਬਦਲ ਹੋਇਆ, ਉਹ ਸਾਰੇ ਕਾਂਗਰਸ ਬੀਜੇਪੀ ਦੀ ਅਕਾਲੀ ਦਲ ਔਰ ਬੀਜੇਪੀ ਦੀ ਸਰਕਾਰ ਦੇ ਦਰਮਿਆਨ ਹੋਇਆ। ਕਾਂਗਰਸ ਦੀ ਸਰਕਾਰ ਨੇ ਉਹਨਾਂ ਨੂੰ, ਮੈਂ ਇਹ ਸਮਝਦਾ ਕਿ ਸਿਰਫ ਮੇਨਟੇਨ ਕਰਨ ਦਾ ਹੀ ਕੰਮ ਕਰ ਲੈਂਦੇ ਤੇ ਬਹੁਤ ਠੀਕ ਸੀਗਾ, ਸਾਡਾ ਸ਼ਹਿਰ ਵਧੀਆ ਬਣਿਆ ਹੋਇਆ ਸੀਗਾ। ਉਹਦੀ ਮੇਨਟੇਨੈਂਸ ਦਾ ਕੰਮ ਉਹ ਨਹੀਂ ਹੋਇਆ ਅੱਜ ਤੱਕ। ਤੁਸੀਂ ਸੀਵਰੇਜ ਸਿਸਟਮ ਦਾ ਦੇਖੋ, ਤੁਸੀਂ ਸਫਾਈ ਵਿਵਸਥਾ ਨੂੰ ਲੈ ਕੇ ਦੇਖੋ। ਮਤਲਬ ਹੁਣ ਕੀ ਆਪਾਂ ਸ਼ਨੀਵਾਰ ਦੇ ਸ਼ਨੀਵਾਰ ਇੱਕ ਪਰਟੀਕੂਲਰ ਇੱਕ ਗੇਟ ਸਾਫ਼ ਕਰ ਲਾਂਗੇ, ਉਹਨੂੰ ਆਪਾਂ ਅਖਬਾਰਾਂ 'ਚ ਹਾਈਲਾਈਟ ਕਰਾਂਗੇ, ਉਹ 3 ਹਫ਼ਤੇ ਹੋਊਗਾ, ਚੌਥੇ ਹਫ਼ਤੇ ਨਹੀਂ ਹੋਊਗਾ। ਉਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਕਿ ਕੋਈ ਵੀ ਚੀਜ਼ ਜਿਹੜੀ ਉਹ ਫੋਲੋਅਪ 'ਤੇ ਡਿਪੈਂਡ ਕਰਦੀ ਹੈ ਕਿ ਉਹਦੇ ਪਿੱਛੇ ਕੌਣ ਸਿੰਸੈਰਿਟੀ ਨਾਲ ਕੰਮ ਕਰ ਰਿਹਾ, ਕੌਣ ਫੋਲੋਅਪ ਕਰ ਰਿਹਾ, ਆਫੀਸਰਸ ਕੰਮ ਕਰ ਰਹੇ ਨਹੀਂ ਕਰ ਰਹੇ। ਜਿਹੜੇ ਕਾਉਂਸਲਰਸ ਨੂੰ ਤੁਸੀਂ ਡਿਊਟੀਜ਼ ਅੱਗੋਂ ਵੰਡੋ, ਉਹਨਾਂ ਨੂੰ ਜਵਾਬਦੇਹੀ ਨਾਲ ਬਣਾਓ ਕਿ ਇਹ ਕੰਮ ਤੁਹਾਡੀ ਜ਼ਿੰਮੇਵਾਰੀ ਹੈ। ਮਤਲਬ ਇਹ ਸਾਰੀ ਕੰਮ ਹਵਾ ਹਵਾਈ ਹੈ। ਔਰ ਤੁਸੀਂ ਜੇ ਦੋਨਾਂ ਸਰਕਾਰਾਂ ਦੇ ਟੈਨਿਓਰਸ ਦਾ ਫਰਕ ਜਿਹੜਾ ਤੁਸੀਂ ਮੇਰੇ ਕੋਲ ਪੁੱਛਿਆ, ਉਹ ਤੁਸੀਂ ਲੋਕਾਂ ਨੂੰ, ਕਿਸੇ ਵੀ ਆਮ ਬੰਦੇ ਨੂੰ ਵੀ ਪੁੱਛ ਲਓ। ਪਰਟੀਕੂਲਰ ਤੁਸੀਂ ਮੇਰੀ ਵਾਰਡ ਹੀ ਲੈ ਲਓ, ਮੈਂ ਆਪਣੀ ਵਾਰਡ ਤੋਂ ਗੱਲ ਕਰਦਾ ਐਜ਼ ਅ ਕਾਉਂਸਲਰ, ਕਿ ਜੋ ਅਸੀਂ ਪਿਛਲੇ ਆਪਣੇ ਟੈਨਿਓਰ 'ਚ ਕੀਤਾ, ਉਹ ਅੱਜ ਤੇ ਮੇਨਟੇਨੈਂਸ ਲਈ ਵੀ ਸਾਨੂੰ ਇੱਧਰ ਉੱਧਰ ਭੱਜਣਾ ਪੈਂਦਾ। ਮੈਨੂੰ ਇਕੱਲੇ ਨੂੰ ਨਹੀਂ ਭੱਜਣਾ ਪੈਂਦਾ, ਕਿਤੇ ਤੁਸੀਂ ਇਹ ਨਾ ਸਮਝੋ ਕਿ ਮੈਂ ਆਪੋਜੀਸ਼ਨ ਦਾ, ਮੈਨੂੰ ਭੱਜਣਾ ਪੈਂਦਾ। ਅੱਜ ਦੀ ਡੇਟ ਦੇ ਵਿੱਚ ਦੇਖੋ, ਇੱਕ ਬੰਨੇ ਤੁਸੀਂ ਡਿਫਰੈਂਸ ਵੇਖੋ ਕਿ ਇੱਕ ਬੰਨੇ ਕਾਂਗਰਸ ਦੇ ਕਾਉਂਸਲਰ ਵੀ ਹਾਊਸ ਦੇ ਵਿੱਚ ਮੇਅਰ ਨੂੰ ਘੇਰਦੇ ਆ, ਦੂਸਰੇ ਬੰਨੇ ਮੇਅਰ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਕਿ 20-20 ਹਜ਼ਾਰ ਦੀਆਂ 28 ਕਰੋੜ ਰੁਪਏ ਦੀਆਂ ਫਾਈਲਾਂ ਪਾਸ ਹੋ ਗਈਆਂ। ਤਾਂ ਇਨਕੁਆਇਰੀ ਦਾ ਮੈਟਰ ਹੈ ਇਹ। ਤੁਸੀਂ ਡਿਫਰੈਂਸ ਜਿਹੜਾ ਉਹ ਇਹੋ ਹੀ ਹੈ। ਡਿਫਰੈਂਸ ਇਹੋ ਹੀ ਹੈ ਕਿ 28 ਕਰੋੜ ਰੁਪਈਆ ਜਨਤਾ ਦਾ 20-20 ਹਜ਼ਾਰ ਦੀਆਂ ਫਾਈਲਾਂ 'ਚ ਗਿਆ। ਮੈਂ ਇਹਦੇ 'ਚ ਵੜੈਚ ਸਾਹਿਬ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ ਕਿ 20 ਹਜ਼ਾਰ ਦੀ ਫਾਈਲ ਇੱਕ ਕਾਉਂਸਲਰਸ ਲਈ ਵੈਂਟੀਲੇਟਰ ਦਾ ਕੰਮ ਕਰਦੀ ਹੈ। ਇਹ ਜ਼ਰੂਰੀ ਵੀ ਹੈ। ਜ਼ਰੂਰੀ ਇਸ ਤਰ੍ਹਾਂ ਹੈ ਕਿ ਕੋਈ ਕੰਮ ਇਹੋ ਜਿਹੇ ਹੁੰਦੇ ਆ ਜਿਹੜੇ ਸਾਨੂੰ ਕਰਨੇ ਜ਼ਰੂਰੀ ਨੇ, ਲੇਕਿਨ ਵੈਂਟੀਲੇਟਰ ਦਾ ਮਤਲਬ ਇਹ ਕਿ ਜਦੋਂ ਸਾਹ ਪ੍ਰਾਣ ਨਹੀਂ ਬੰਦੇ ਤੇ ਉਹਨੂੰ ਸਪੋਰਟ ਦੇ ਕੇ ਵਾਪਸ ਲਿਆਉਣਾ 20 ਹਜ਼ਾਰ ਦਾ ਕੰਮ ਹੁੰਦਾ। ਕਾਉਂਸਲਰ ਨੂੰ ਕਈ ਵਾਰੀ ਇਹੋ ਜਿਹੇ ਐਟ ਦਾ ਸਪੌਟ ਕੰਮ ਕਰਨੇ ਪੈਂਦੇ ਆ, ਲੇਕਿਨ ਉਹਦੀ ਆੜ ਦੇ ਵਿੱਚ ਇੱਕ ਵੱਡੀ ਗਲੀ ਬਣਾਉਣੀ ਆ, ਉਹਦੇ ਛੋਟੇ ਛੋਟੇ 20-20 ਹਜ਼ਾਰ ਦੇ 30 ਫਾਈਲਾਂ ਬਣ ਜਾਣ, ਔਰ ਉਹ ਕੰਮ ਹੋਵੇ ਨਾ ਹੋਵੇ, ਉਹ ਵੱਡੇ ਕੰਮ 'ਚ ਹੋਇਆ ਨਹੀਂ ਹੋਇਆ, ਸਾਰਾ ਇਨਕੁਆਇਰੀ ਦਾ ਮੈਟਰ। 28 ਕਰੋੜ ਰੁਪਏ ਸਿਰਫ ਕਹਿਣਾ ਮੇਅਰ ਸਾਹਮਣੇ ਪ੍ਰੈਸ 'ਚ ਕਹਿ ਦਿੱਤਾ ਕਿ ਮੈਂ ਤੇ 54 ਫਾਈਲਾਂ ਪਤਾ ਨਹੀਂ ਕਿ 44 ਫਾਈਲਾਂ ਪਾਸ ਕੀਤੀਆਂ, ਤੇ ਇਹ 1100 ਕਿੰਨੀਆਂ ਫਾਈਲਾਂ ਇੱਕ ਮਹੀਨੇ ਦੀਆਂ ਹੁੰਦੀਆਂ। ਇਹਦੀ ਇਹਨਾਂ ਨੂੰ ਆਪ ਇਨਕੁਆਇਰੀ ਲਾਉਣੀ ਚਾਹੀਦੀ ਹੈ, ਔਰ ਸਾਰੇ ਕਾਉਂਸਲਰਸ ਦਾ ਨਾ ਬਾਏ ਨੇਮ ਡਾਟਾ ਕਢਵਾ ਲੈਣ ਕਿ ਕਿਹਦੀ ਵਾਰਡ ਦੇ ਵਿੱਚ ਕਿਹਦੇ ਕਿੰਨੇ ਕੰਮ ਹੋਏ ਆ ਨਹੀਂ ਹੋਏ, ਕਿੰਨੀਆਂ ਫਾਈਲਾਂ ਬਣੀਆਂ। ਇਹੋ ਹੀ ਜਿਹੜਾ ਫਰਕ ਹੈਗਾ ਇਹ ਪਿਛਲੇ ਟੈਨਿਓਰ ਦਾ ਤੇ ਇਸੇ ਦਾ, ਇਹ ਮੇਅਰ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ। ਫਰਟੀਲਾਈਜੇਸ਼ਨ ਲੈ ਕੇ ਕਈ ਵਾਰੀ ਉਪਰਾਲੇ ਕੀਤੇ ਗਏ। ਡਾਕਟਰ ਆਪਣੇ ਕਮਿਸ਼ਨਰ ਸਾਹਿਬ ਸੀਗੇ ਸਭਰਵਾਲ ਸਾਹਿਬ, उस समय तो लेके मैडम नवजोत कौर सिद्धू, और उसके बाद मेयर थे बखी राम रोड़ा। वो मुहिम जो कामयाब क्यों नहीं हो रही? हर बैठक में एक मसला लेकर आते हैं पार्षद, क्या देरी क्या है? देखिए, जो डॉग्स की स्टरलाइजेशन वाला इशू है, उसका कानून इस तरह से है कि हमें उसको फॉलो करते हुए उनकी स्टरलाइजेशन करके वहीं पर उन्हें छोड़ना होता है। ये पूरा प्रोसेस लगभग 3 से 4 दिन का है। डॉग को पिक करके उसको प्री ऑपरेटिव केयर देकर, फिर उसको ऑपरेशन करके पोस्ट ऑपरेटिव केयर देकर उसके बाद उसे वहाँ छोड़ा जाता है। तो इसमें डेफिनेटली रिसोर्सेज बहुत ज़्यादा लगते हैं, और साथ ही साथ ये काम बहुत स्लो है। इसके रिज़ल्ट्स सामने आने में ही कम से कम 4-5 साल लगेंगे, क्योंकि डॉग्स का जो रिप्रोडक्शन रेट है वो बहुत ज़्यादा है, और उसके मुकाबले में स्टरलाइजेशन जो है वो बहुत कम हो पाती है। पर इसी चीज़ को ध्यान में रखते हुए नगर निगम की तरफ से अपना एक डॉग स्टरलाइजेशन सेंटर बनाया गया नारायणगढ़ में, जिसकी कैपेसिटी लगभग 200 डॉग्स को हर हफ्ते स्टरलाइज करने की कैपेसिटी है। वो लगभग तैयार हो गए। साथ ही साथ नगर निगम की तरफ से टेंडर भी फ्लोट कर दिया गया कि इसको अगर कोई संस्था चलाना चाहे तो आकर ले ले। नगर निगम इसके लिए पेमेंट भी करेगा पर डॉग के हिसाब से, और जल्दी ही ये जैसे ही टेंडर सक्सेसफुल हो जाता है तो एक बड़ी मात्रा में डॉग स्टरलाइजेशन शुरू हो जाएगी, और शहर को काफ़ी हद तक इस समस्या से आराम मिलेगा। ਐਰੀ ਸਾਹਿਬ, ਆਪਾਂ ਦੇਖਿਆ ਜਾਵੇ ਤੇ ਕਾਰਪੋਰੇਸ਼ਨ ਦੇ ਵਿੱਚ ਭ੍ਰਸ਼ਟਾਚਾਰ ਦੀ ਜਿਹੜੀ ਭਰਮਾਰ ਹੈ, ਇਹ ਕਾਰਪੋਰੇਸ਼ਨ ਕਾਰਵਾਈ ਕਰਕੇ ਮੇਅਰ ਕਮਿਸ਼ਨਰ ਭ੍ਰਸ਼ਟਾਚਾਰ ਵਿਅਕਤੀ ਨੂੰ
ਸਸਪੈਂਡ ਕਰ ਦਿੰਦੇ ਜੀ, ਫਿਰ ਦੁਬਾਰਾ ਕੁਝ ਹੀ ਦਿਨਾਂ ਬਾਅਦੋਂ ਜਾਂ ਕੁਝ ਮਹੀਨਿਆਂ ਬਾਅਦੋਂ ਉਹੀ ਬੰਦਾ ਸਸਪੈਂਡ ਤੋਂ ਜੋ ਦੁਬਾਰਾ ਉਹੀ ਕੁਰਸੀ ਤੇ ਵਿਰਾਜਮਾਨ ਹੁੰਦਾ ਹੈ। ਦੋ ਜਗ੍ਹਾ ਦੇ ਵਿੱਚੋਂ ਇੱਕ ਜਗ੍ਹਾ ਤੇ ਗਲਤ ਹੋਣਗੇ ਪੱਕਾ ਜੀ ਇਹ ਡਿਸੀਜਨ ਲੈਣ ਵਾਲੇ, ਜਾਂ ਤਾਂ ਸਸਪੈਂਡ ਕਰਨ ਦੇ ਟਾਈਮ ਤੇ ਗਲਤ ਹੋਣਗੇ ਜਾਂ ਉਹਨੂੰ ਬਹਾਲ ਕਰਨ ਦੇ ਟਾਈਮ ਤੇ ਗਲਤ ਹੋਣਗੇ। ਇਸੇ ਤਰ੍ਹਾਂ ਹੀ ਪੀਐਫ ਘੁਟਾਲਾ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਚੱਲਦਾ ਪਿਆ, ਜਿਹਦੇ ਤੋਂ ਮੁਲਾਜ਼ਮ ਅਧਿਕਾਰੀ ਕਰਮਚਾਰੀ ਖੁਦ ਦੁਖੀ ਤੇ ਪਰੇਸ਼ਾਨ ਨੇ। ਉਹ ਘੁਟਾਲੇ ਦੇ ਵਿੱਚ ਵਿਜੀਲੈਂਸ ਨੇ ਉੱਥੇ ਇਨਕੁਆਇਰੀ ਦੇ ਦੌਰਾਨ ਟੀਮ ਬੈਠੀ ਸੀ, ਉਹਨੇ ਖੁਦ ਕਹਿ ਦਿੱਤਾ ਵੀ ਇਹਨੇ ਦੇ ਘੁਟਾਲਾ ਜਿਹੜਾ ਹੋਇਆ ਇਹ ਕਸੂਰਵਾਰ ਹੈ, ਫਿਰ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜੀ? ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਵੜੈਚ ਸਾਹਿਬ ਮੈਨੂੰ ਲੱਗਦਾ ਕਿ ਕਾਰਵਾਈ ਨਹੀਂ ਕਰਨਾ ਸਭ ਤੋਂ ਵਧੀਆ ਹੱਲ ਕਾਂਗਰਸ ਦੀ ਸਰਕਾਰ ਨੂੰ ਲੱਗਦਾ, ਕਿਉਂਕਿ ਉਹਦੇ ਵਿੱਚ ਦੇਖੋ ਗੱਲ ਇਹ ਹੈਗੀ ਕਿ ਅੱਜ ਮੁਲਾਜ਼ਮ ਲਾ ਲਓ, ਅੱਜ ਤੁਸੀਂ ਆਮ ਜਨਤਾ ਲਾ ਲਓ, ਅੱਜ ਕਾਂਗਰਸ ਦੇ ਹੀ ਕਾਉਂਸਲਰਸ ਲਾ ਲਓ, ਅੱਜ ਆਪੋਜੀਸ਼ਨ ਦੇ ਕਾਉਂਸਲਰਸ ਲਾ ਲਓ, ਕੋਈ ਵੀ ਸੈਟੀਸਫਾਈਡ ਨਹੀਂ ਗਾ। ਲੇਕਿਨ ਉਹਦੇ ਉਲਟ ਕੀ ਹੋ ਰਿਹਾ, ਉਹਦੇ ਉਲਟ ਵੱਡੀਆਂ ਵੱਡੀਆਂ ਅਖਬਾਰਾਂ 'ਚ ਰੋਜ਼ ਖਬਰਾਂ ਵੇਖਣ ਨੂੰ ਮਿਲ ਜਾਂਦੀਆਂ ਕਿ ਇੰਨੇ ਕਰੋੜ ਦਾ ਵਿਕਾਸ ਇਹਨੇ। ਮੈਂ ਇਹ ਸਮਝਦਾ ਕਿ ਜੇ ਆਪਣਾ ਸਮਾਰਟ ਸਿਟੀ ਦੇ ਵਿੱਚ ਸੈਂਟਰ ਗਵਰਨਮੈਂਟ ਤੋਂ ਫੰਡਿੰਗ ਨਾ ਹੋਵੇ, ਸੈਂਟਰ ਗਵਰਨਮੈਂਟ ਨਰਿੰਦਰ ਮੋਦੀ ਜੀ ਨੇ ਅੰਮ੍ਰਿਤਸਰ ਨੂੰ ਆਪਣਾ ਸਮਾਰਟ ਸਿਟੀ 'ਚ ਲਿਆ, ਜੇ ਉਹ ਫੰਡਿੰਗ ਨਾ ਹੋਵੇ ਤਾਂ ਅੱਜ ਅੰਮ੍ਰਿਤਸਰ 'ਚ ਮਤਲਬ ਇੱਕ ਵੀ ਪੈਸੇ ਦੀ ਡਿਵੈਲਪਮੈਂਟ ਪੋਸੀਬਲ ਨਹੀਂ ਹੈਗੀ। ਲੇਕਿਨ ਜਿਹੜਾ ਤੁਸੀਂ ਪ੍ਰੋਵੀਡੈਂਟ ਫੰਡ ਦਾ ਘੁਟਾਲਾ ਇੱਕ ਟੈਕਨੀਕਲ ਇਸ਼ੂ ਹੈ, ਇਹਦੇ ਵਿੱਚ ਮਤਲਬ ਸਿਰਫ ਇੱਥੋਂ ਤੱਕ ਕਾਰਵਾਈ ਸੀਮਿਤ ਨਹੀਂ ਹੋਣੀ ਚਾਹੀਦੀ ਕਿ ਕਿਸੇ ਨੂੰ ਸਸਪੈਂਡ ਕਰਤਾ ਅਤੇ ਹਫ਼ਤੇ ਬਾਅਦ ਬਹਾਲ ਕਰਤਾ, ਇੱਥੋਂ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ। ਇਹ ਮੁਲਾਜ਼ਮਾਂ ਦਾ ਹੱਕ ਹੈ, ਮੁਲਾਜ਼ਮਾਂ ਦਾ ਹੱਕ ਹੈ, ਉਹਦੇ ਲਈ ਵੀ ਉਹਨਾਂ ਦਾ ਹੱਕ ਦਿਵਾਉਣ ਲਈ ਕੋਈ ਵੀ ਕਰਪਟ ਬੰਦਾ ਹੋਵੇ, ਜਿਹਦੀ ਵੀ ਇਨਵੋਲਵਮੈਂਟ ਹੋਵੇ, ਉਹਦੇ 'ਤੇ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਹੈ। ਉਹਦੇ ਵਿੱਚ ਮੈਨੂੰ ਲੱਗਦਾ ਕਿ ਆਪਣੇ ਹੀ ਕਈਆਂ ਬੰਦਿਆਂ ਨੂੰ ਬਚਾਉਣ ਦੇ ਲਈ ਸ਼ਾਇਦ ਇਹਨਾਂ ਨੇ ਇਹਦੇ 'ਚ ਕਾਰਵਾਈ ਘੱਟ ਕੀਤੀ ਹੈ। ਮੁਲਾਜ਼ਮਾਂ ਦੇ ਦੇਖੋ ਇਕੱਲਾ ਅਸੀਂ ਹਰ ਚੀਜ਼ ਨੂੰ ਮੁਲਾਜ਼ਮਾਂ 'ਤੇ ਸੁੱਟ ਕੇ ਜਾਂ ਹਰ ਚੀਜ਼ ਚੰਗਾ ਕੰਮ ਵੀ ਮੁਲਾਜ਼ਮ ਕਰਦੇ ਨੇ, ਲੇਕਿਨ ਜੇ ਕੋਈ ਇਨਵੋਲਵ ਇਸ ਮਸਲੇ 'ਚ ਵੀ ਹੈਗਾ ਜਿਨ੍ਹਾਂ ਨੇ ਘੁਟਾਲਾ ਕੀਤਾ ਤਾਂ ਉਹਨੂੰ ਉਹਦੀ ਬਣਦੀ ਸਜ਼ਾ ਮਿਲਣੀ ਚਾਹੀਦੀ। ਹਾਊਸ ਦੇ ਵਿੱਚ ਪਕਸ਼ ਦੀ ਗੱਲ ਕਰੀਏ ਜਾਂ ਵਿਪਕਸ਼ ਦੀ, ਤੁਹਾਡਾ ਕਹਿਣਾ ਕਿ ਜਿਹੜੇ ਕੌਂਸਲਰ ਹੈ ਇਹਨਾਂ ਦੀ ਪੂਰੀ ਤਰ੍ਹਾਂ ਆਵਾਜ਼ ਨਹੀਂ ਸੁਣੀ ਜਾਂਦੀ। ਇਸ ਤੋਂ ਪਹਿਲਾਂ ਹਾਊਸ ਦੇਖਿਆ ਜਾਵੇ, ਮੇਅਰ ਦੇਖੇ ਜਾਣ, ਸੁਨੀਲ ਦੱਤੀ ਵੀ ਮੇਅਰ ਰਹੇ ਨੇ, ਉਸ ਤੋਂ ਬਾਅਦ ਬਖਸ਼ੀ ਰਾਮ ਅਰੋੜਾ ਜਾਂ ਬਾਕੀ ਵੀ ਮੇਅਰ ਰਹੇ ਨੇ। ਇੱਕ ਪਰਚੀ ਚੱਲਦੀ ਸੀਗੀ, ਪਰਚੀ ਉਹ ਥੱਲੇ ਲੱਗ ਜਾਂਦੀ ਸੀ, ਹਰ ਪਰਚੀ ਵਾਈਜ਼ ਜਿਸ ਕੌਂਸਲਰ ਦਾ ਨਾਮ ਸੀਗਾ ਮੇਅਰ ਉਹਨੂੰ ਬੋਲਣ ਦਾ ਜਿਹੜਾ ਵਾ ਮੌਕਾ ਦਿੰਦਾ ਸੀਗਾ। ਪਰ ਤੁਹਾਡੀ ਆਵਾਜ਼ ਨੂੰ ਪਿਛਲੇ 4 ਸਾਲਾਂ ਦੇ ਵਿੱਚ ਹਮੇਸ਼ਾ ਸੁਣਨ ਤੋਂ ਬਗੈਰ ਹੀ ਪਹਿਲਾਂ ਹੀ ਦਬਾ ਦਿੱਤਾ ਜਾਂਦਾ ਰਿਹਾ। ਇਸ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਜੀ? ਵੜੈਚ ਸਾਹਿਬ, ਆਵਾਜ਼ ਕਿਸੇ ਦੇ ਦਬਾਇਆਂ 'ਤੇ ਦਬਦੀ ਨਹੀਂ। ਪਹਿਲੀ ਗੱਲ ਤਾਂ ਇਹੋ ਹੀ ਹੈ ਕਿ ਕਿਸੇ ਕੋਈ ਚਾਹਵੇ ਕਿ ਮੈਂ ਇਹਦੀ ਆਵਾਜ਼ ਦਬਾ ਦਾਂ ਅਤੇ ਦਬ ਜੇ, ਉਹ ਨਹੀਂ ਹੈ। ਲੇਕਿਨ ਮੇਅਰ ਸਾਹਿਬ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਐਜ਼ ਏ ਕਾਉਂਸਲਰ ਜਿਹੜਾ ਜੇ ਵਿਪਕਸ਼ ਵੀ ਕੋਈ ਸਵਾਲ ਕਰਦਾ ਤਾਂ ਜਨਤਾ ਦੀ ਫੇਵਰ 'ਚ ਹੁੰਦੇ ਆ ਤਾਂ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ। ਲੇਕਿਨ ਅਫਸੋਸ ਦੀ ਗੱਲ ਹੈ ਕਿ ਪਿਛਲੇ ਹਾਊਸ ਦੀ ਮੀਟਿੰਗ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਬੋਲੇ ਔਰ ਉਹਨਾਂ ਦਾ ਜਵਾਬ ਮੇਅਰ ਸਾਹਿਬ ਨੇ ਨਹੀਂ ਦਿੱਤਾ। ਉਸ ਕਰਕੇ ਥੋੜ੍ਹਾ ਜਿਹਾ ਉੱਥੇ ਗਰਮਾ ਗਰਮੀ ਵੀ ਹੋਈ। ਚਲੋ ਉਹ ਗਰਮਾ ਗਰਮੀ ਵੀ ਸਾਨੂੰ ਕਰਨੀ ਪਸੰਦ ਨਹੀਂ, ਲੇਕਿਨ ਜੇ ਮੇਅਰ ਦਾ ਵਰਤੀਰਾ ਇਹੋ ਹੀ ਰਹੇਗਾ ਤਾਂ ਫਿਰ ਸਾਡੇ ਕੋਲ ਹੋਰ ਕੋਈ ਹੱਲ ਵੀ ਨਹੀਂ ਹੁੰਦਾ। ਲੇਕਿਨ ਮੈਂ ਇਹ ਸਮਝਦਾ ਕਿ ਸ਼ਹਿਰ ਦੇ ਪਹਿਲੇ ਨਾਗਰਿਕ ਹੋਣ ਦੀ ਜ਼ਿੰਮੇਵਾਰੀ ਜਿਹੜੀ ਉਹ ਮੇਅਰ ਸਾਹਿਬ ਨੂੰ ਸਮਝਣੀ ਚਾਹੀਦੀ ਹੈ। ਹਰ ਕਾਉਂਸਲਰ ਨੂੰ ਚੰਗੀ ਤਰ੍ਹਾਂ ਸੁਣਨਾ ਚਾਹੀਦਾ, ਕਿਉਂਕਿ ਕਾਉਂਸਲਰਸ ਨੂੰ ਆਪਣੀ ਵਾਰਡ ਦਾ ਪਰਟੀਕੂਲਰ ਏਰੀਏ ਦਾ ਬਹੁਤ ਵਧੀਆ ਤਰੀਕੇ ਨਾਲ ਨੌਲੇਜ ਹੁੰਦੀ ਹੈ, ਜਿਹੜੀ ਕਿ ਮੇਅਰ MLAs ਨੂੰ ਨਹੀਂ ਹੁੰਦੀ। ਮੈਂ ਇਹ ਨਹੀਂ ਕਹਿੰਦਾ ਕਿ ਉਹ ਕੰਮ ਨਹੀਂ ਕਰਦੇ, ਲੇਕਿਨ ਉਹਨਾਂ ਕੋਲ ਬਹੁਤ ਜ਼ਿਆਦਾ ਹੁੰਦਾ ਹੈ ਔਰ ਗਰਾਊਂਡ ਰਿਪੋਰਟ ਜਿਹੜੀ ਹੁੰਦੀ ਹੈ ਉਹ ਕਾਉਂਸਲਰਸ ਨੇ ਦੇਣੀ ਹੁੰਦੀ ਹੈ। ਅਤੇ ਮੇਅਰ ਸਾਹਿਬ ਨੂੰ ਹਰ ਇੱਕ ਦੇ ਇਲਾਕੇ ਦਾ ਕੰਮ ਮੇਰੇ ਹਿਸਾਬ ਨਾਲ ਸਮਝ ਕੇ ਅਤੇ ਉਹਦਾ ਹੱਲ ਕਰਵਾਉਣਾ ਚਾਹੀਦਾ। ਘੁਟਾਲੇ ਨੂੰ ਲੈ ਕੇ ਗੱਲ ਕਰੀਏ ਤੇ ਲੰਬੇ ਸਮੇਂ ਤੋਂ ਉਹ ਮਾਮਲਾ ਜਿਹੜਾ ਮੈਂ ਲੰਘਦਾ ਨਜ਼ਰ ਆ ਰਿਹਾ, ਇਸ ਦੀ ਜਾਂਚ ਵੀ ਕੀਤੀ ਗਈ, ਜਿਸ ਵਿੱਚ ਸਾਫ਼ ਜ਼ਾਹਿਰ ਕੀਤਾ ਗਿਆ ਕਿ ਇੰਨਾ ਘੁਟਾਲਾ PF ਦੇ ਵਿੱਚ ਹੋਇਆ। ਮੁਲਾਜ਼ਮਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੰਨੇ ਸਮੇਂ ਤੋਂ ਲੈ ਕੇ ਕਿੰਨਾ ਘੁਟਾਲਾ ਉਹਨਾਂ ਨਾਲ ਹੋ ਚੁੱਕਿਆ। ਇਸ ਸੰਬੰਧ ਦੇਖिए ਮੁਲਾਜ਼ਮਾਂ ਨੂੰ ਰਿਲੀਫ ਦੇਣ ਦੀ ਜਿੱਥੇ ਤੱਕ ਦੀ ਗੱਲ ਹੈ, ਮੁਲਾਜ਼ਮਾਂ ਦੀ ਸਾਰੀ PF ਦਾ ਰਿਕਾਰਡ ਜੋ ਹੈ ਅਪਡੇਟ ਕਰਾਇਆ ਜਾ ਰਿਹਾ ਹੈ। ਕਾफ़ी ਰਿਕਾਰਡ ਅਪਡੇਟ ਵੀ ਹੋ ਗਿਆ, ਇਸ ਲਈ ਜੋ ਪੁਰਾਣਾ ਸੌਫਟਵੇਅਰ ਵਗੈਰਾ ਸੀਗਾ ਉਹ ਵੀ ਅਪਡੇਟ ਕਰਾ ਗਿਆ ਹੈ। ਨਾਲ ਹੀ ਪੁਰਾਣੀ 4-5 ਸਾਲ ਦੀ ਇੰਟਰਸਟ ਦੀ ਵਿਆਜ ਦੀ ਐਂਟਰੀਜ਼ ਹੀ ਨਹੀਂ ਪਈ ਸੀ, ਉਹ ਐਂਟਰੀ ਵੀ ਕਰਾ ਦਿੱਤੀ ਗਈ ਹੈ ਇਸ ਸਾਲ। ਜਿੱਥੇ ਤੱਕ ਇਨਸਾਫ ਦੀ ਗੱਲ ਹੈ ਕਿ ਉਹਦੇ ਘੁਟਾਲੇ ਦੇ ਜੋ ਵੀ ਜ਼ਿੰਮੇਵਾਰ ਸੀਗੇ, ਇਸ ਦੇ ਲਈ ਨਗਰ ਨਿਗਮ ਵੱਲੋਂ ਜੋ ਵੀ ਦੋਸ਼ੀ ਸੀਗੇ ਉਹਨਾਂ ਨੂੰ ਚਾਰਜ ਸ਼ੀਟ ਵੀ ਕੀਤਾ ਗਿਆ, ਜਿਸ ਦੀ ਇਨਕੁਆਇਰੀ ਚੱਲ ਰਹੀ ਹੈ। ਨਾਲ ਹੀ ਨਾਲ ਅਸੀਂ ਕੋਰਟ ਦੇ ਵਿੱਚ ਸੂਟ ਫॉर ਰਿਕਵਰੀ ਵੀ ਫਾਈਲ ਕੀਤਾ ਹੈ ਕਿ ਜੋ ਵੀ ਘੁਟਾਲੇ ਦਾ ਅਮਾਊਂਟ ਹੈ ਉਹ ਸਾਨੂੰ ਰਿਕਵਰ ਕਰਕੇ ਵਾਪਸ ਮਿਲੇ। ਦੋਨੋਂ ਹੀ ਕਾਰਵਾਈ ਚੱਲ ਰਹੀ ਹੈ ਪੈਰਲਲੀ। ਨਗਰ ਨਿਗਮ ਦੀਆਂ ਪਿਛਲੀਆਂ ਚੋਣਾਂ ਦੇ ਦੌਰਾਨ 85 ਦੇ ਵਿੱਚੋਂ ਲਗਭਗ 72 ਦੇ ਕਰੀਬ ਕਾਂਗਰਸੀ ਕੌਂਸਲਰ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ। ਅਮਨ ਐਰੀ BJP ਤੋਂ ਟਿਕਟ ਜਿਹੜੀ ਲੜੀ ਤੇ ਉਮੀਦਵਾਰ ਦੇ ਕੱਦ ਵਾਲੇ ਕੌਂਸਲਰ ਨੂੰ ਹਰਾ ਕੇ ਦੁਬਾਰਾ ਦੂਸਰੀ ਵਾਰੀ ਵਿਰਾਜਮਾਨ ਹੋਏ। ਅੱਜ ਅਸੀਂ ਗੱਲ ਕਰ ਰਹੇ ਸੀਗੇ ਉਹਨਾਂ ਦੇ ਨਾਲ। ਆਜ਼ਾਦ ਇੰਡੀਆ 24 ਨਿਊਜ਼ ਤੋਂ ਅਰਵਿੰਦਰ ਵੜੈਚ, ਕੈਮਰਾਮੈਨ ਕੁਲਦੀਪ ਦੇ ਨਾਲ।